ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰਤ ਤੇ ਖਾਲਸਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਜਰਾਤ ਵਿੱਚ ਪੀਰ ਜਹਾਂਗੀਰ ਨੂੰ ਕਿਹਾ ਸੀ, ਔਰਤ ਈਮਾਨ, ਦੌਲਤ ਗੁਰਜਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਵੈਸੇ ਤਾਂ ਸਿੱਖ ਧਰਮ ਵਿੱਚ ਜੋ ਔਰਤ ਦਾ ਸਨਮਾਨ ਹੈ, ਇੱਕ ਗੱਲ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਗੱਲ ਬੜੀ ਫਖਰ ਵਾਲੀ ਹੈ। ਜਿੱਥੇ ਕਿਸੇ ਮਰਦ ਦੇ ਨਾਲ ਖਾਲਸਾ ਪਦ ਜੁੜਿਆ, ਉੱਥੇ ਇਸਤਰੀ ਨਾਲ ਵੀ ਪੂਰਨ ਅਧਿਕਾਰ ਮਿਲਿਆ। ਇਸਤਰੀ ਵੀ ਆਪਣੇ ਨਾਮ ਦੇ ਨਾਲ ਖਾਲਸਾ ਪਦ ਲਾਉਂਦੀ ਹੈ। ਅਨੇਕਾਂ ਇਸਤਰੀਆਂ ਦੇ ਨਾਲ ਨਾਂ ਦੇ ਨਾਮ ਨਾਲ ਖਾਲਸਾ ਜੁੜਿਆ ਹੋਇਆ ਹੈ। ਪਰ ਇਸਤਰੀ ਪੁਰਖ ਦੇ ਫਰਕ ਨੇ ਮਨੁੱਖਤਾ ਵਿੱਚ ਐਸੀ ਢਾਹ ਲਾਈ ਹੋਈ ਹੈ, ਜਿਵੇਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਸਾਡੇ ਅੰਦਾਜ਼ ਦੇ ਵਿੱਚ, ਸਾਡੀ ਸੋਚ ਦੇ ਵਿੱਚ ਇਸਤਰੀ ਤੇ ਪੁਰਖ ਨੂੰ ਵੱਖਰਾ ਸਮਝਿਆ ਜਾਂਦਾ ਹੈ। ਜੇਕਰ ਅਸੀਂ ਵੇਖੀਏ, ਸਾਡੇ ਅੰਦਰ ਪੁੱਤਰ ਦੀ ਲਾਲਸਾ ਜ਼ਿਆਦਾ ਹੈ, ਯਾਨੀ ਕਿ ਮਰਦ ਦੀ ਲਾਲਸਾ ਜ਼ਿਆਦਾ ਹੈ ਤੇ ਇਸਤਰੀ ਦੀ ਘੱਟ ਹੈ। ਤੁਸੀਂ ਦੇਖੋ ਨਾ, ਸਾਡੇ ਸੰਸਾਰ ਦੇ ਵਿੱਚ ਬਹੁਤਾਤ ਲੋਕ ਐਸੇ ਨੇ ਜਿਹੜੇ ਪੁੱਤਰ ਦੀ ਮੰਗ ਕਰਦੇ ਨੇ ਕਿ ਸਾਡੇ ਘਰ ਪੁੱਤਰ ਪੈਦਾ ਹੋਵੇ। ਕੁੜੀਆਂ ਨੂੰ ਜਿਹੜਾ ਹੈ ਉਹ ਕੁੱਖਾਂ ਦੇ ਵਿੱਚ ਮਾਰ ਦਿੰਦੇ ਨੇ। ਪਰ ਗੁਰੂ ਪਿਆਰਿਓ, ਕਿ ਇਹ ਮਨੁੱਖਤਾ ਦੇ ਵਿੱਚ ਇਸਤਰੀ ਤੇ ਪੁਰਖ ਦਾ ਜਿਹੜਾ ਫਰਕ ਸੀ, ਇਹਨੇ ਮਨੁੱਖਤਾ ਨੂੰ ਐਸੀ ਢਾਹ ਲਾਈ ਕਿ ਮਨੁੱਖਤਾ ਦਾ ਬਣਿਆ ਹੋਇਆ ਸੁੰਦਰ ਮਹਲ ਢਹਿ ਢੇਰੀ ਹੋ ਗਿਆ। ਜਿਸ ਸਮਾਜ ਵਿੱਚ ਇਸਤਰੀ ਦਾ ਸਤਿਕਾਰ ਨਹੀਂ ਹੈ, ਜਿੱਥੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ, ਮਨੁੱਖ ਨੇ ਕਦੀ ਇਹ ਸੋਚਿਆ ਵੀ ਨਹੀਂ ਹੈ ਕਿ ਇਸਤਰੀ ਤੇ ਪੁਰਖ ਦੇ ਵਿੱਚ ਕੀ ਅੰਤਰ ਹੈ। ਪਰ ਸੋਚਿਓ, ਇਸਤਰੀ ਤੋਂ ਹੀ ਪੁਰਸ਼ ਪੈਦਾ ਹੁੰਦਾ ਹੈ। ਜੇ ਇਸਤਰੀ ਨੂੰ ਤੁਸੀਂ ਪੈਰ ਦੀ ਜੁੱਤੀ ਕਹਿੰਦੇ ਹੋ ਤਾਂ ਜੁੱਤੀ ਦਾ ਪੁਲਿੰਗ ਕੀ ਹੈ? ਛਿੱਤਰ। ਫਿਰ ਜੁੱਤੀ ਤਾਂ ਛਿੱਤਰ ਹੀ ਪੈਦਾ ਕਰੇਗੀ ਨਾ, ਕੋਈ ਸ਼ੱਕ ਨਹੀਂ। ਇਹ ਇਸਤਰੀ ਨੂੰ ਜੁੱਤੀ ਕਹਿਣ ਵਾਲੇ ਛਿੱਤਰ ਹੀ ਬਣ ਕੇ ਰਹਿ ਗਏ। ਸਿਰ ਦਾ ਤਾਜ ਨਾ ਬਣ ਸਕੇ, ਸਿਰ ਦੀ ਦਸਤਾਰ ਨਾ ਬਣ ਸਕੇ, ਚੰਗਾ ਕਿਰਦਾਰ ਨਾ ਬਣਾ ਸਕੇ। ਪਰ ਭਗਤ ਨਾਮਦੇਵ ਜੀ ਫਰਮਾਉਂਦੇ ਨੇ ਕਿ ਵੇਖੋ, ਇਸ ਸੰਸਾਰ ਦੇ ਵਿੱਚ ਇਸਤਰੀ ਪੁਰਖ ਵਿੱਚ ਪਰਮਾਤਮਾ ਦੇ ਬਚਨ ਬੋਲ ਰਹੇ ਨੇ। ਹਰ ਇਸਤਰੀ ਵਿੱਚ ਰੱਬ ਬੋਲਦਾ ਹੈ, ਹਰ ਪੁਰਸ਼ ਵਿੱਚ ਰੱਬ ਬੋਲਦਾ ਹੈ। ਇਸਤਰੀ ਮਰਦ ਸਭ ਨੱਚ ਰਹੇ ਨੇ। ਇਹਨਾਂ ਵਿੱਚ ਪਰਮਾਤਮਾ ਤੋਂ ਬਿਨਾਂ ਕੁਝ ਹੋਰ ਨਹੀਂ ਹੈ। ਪਰਮਾਤਮਾ ਇਹਨਾਂ ਦੇ ਵਿੱਚ ਬੋਲਦਾ ਪਿਆ, ਕਣ ਕਣ ਜ਼ਰੇ ਜ਼ਰੇ ਦੇ ਵਿੱਚ ਬੋਲਦਾ ਪਿਆ ਹੈ। ਤੇ ਗੁਰੂ ਸਾਹਿਬ ਜੀ ਸਾਨੂੰ ਫਰਮਾਉਂਦੇ ਨੇ ਆਪਣੇ ਪਾਵਨ ਸ਼ਬਦ ਦੇ ਅੰਦਰ, ਨਾ ਚੰਤੀ ਗੋਪੀ ਜੰਨਾ, ਨਈਆ ਤੇ ਬੇਰੇ ਕੰਨਾ, ਤਰਕ ਨਾ ਚਾ ਭ੍ਰਮੀਆਂ ਚਾ, ਕੇਸ਼ਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ। ਜਦੋਂ ਭਗਤ ਕਬੀਰ ਸਾਹਿਬ ਨੂੰ ਪੁੱਛੀਏ, ਭਗਤ ਕਬੀਰ ਸਾਹਿਬ ਜੀ ਵੀ ਆਪਣੀ ਬਾਣੀ ਦੇ ਵਿੱਚ ਇਸਤਰੀ ਤੇ ਪੁਰਸ਼ ਨੂੰ ਬਰਾਬਰਤਾ ਦਿੰਦੇ ਹੋਏ ਨਜ਼ਰ ਆ ਰਹੇ ਨੇ। ਇਸਤਰੀ ਤੋਂ ਪੁਰਸ਼ ਹੋ ਰਿਹਾ ਤੇ ਪੁਰਸ਼ ਤੋਂ ਇਸਤਰੀ ਹੋ ਰਹੀ ਹੈ, ਇਹ ਭਗਤ ਕਬੀਰ ਜੀ ਦਾ ਕਹਿਣਾ। ਦੋਹਾਂ ਵਿੱਚ ਫਰਕ ਹੋ ਹੀ ਕਿਵੇਂ ਸਕਦਾ ਹੈ? ਪੁਰਸ਼ ਨਹੀਂ ਤਾਂ ਇਸਤਰੀ ਨਹੀਂ, ਜੇ ਇਸਤਰੀ ਨਹੀਂ ਤਾਂ ਪੁਰਸ਼ ਨਹੀਂ। ਇਹ ਜੋੜ ਤਾਂ ਤਾਣੇ ਬਾਣੇ ਵਰਗਾ ਲੱਗਦਾ ਹੈ। ਇਹ ਤਾਂ ਬੜਾ ਹੀ ਅਨੋਖਾ ਦ੍ਰਿਸ਼ਟਾਂਤ ਭਗਤ ਕਬੀਰ ਜੀ ਸਾਨੂੰ ਫਰਮਾ ਰਹੇ ਨੇ। ਜਿਵੇਂ ਉਹਨਾਂ ਦਾ ਬਚਨ ਹੈ, ਨਾਰੀ ਤੇਜੋ ਪੁਰਖ ਕਰਾਵੈ, ਪੁਰਖਣ ਤੇਜੋ ਨਾਰੀ। ਕਹੋ ਕਬੀਰ ਸਾਧੂ ਕੇ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਇੱਥੇ ਹੀ ਬਸ ਨਹੀਂ, ਭਗਤ ਧੰਨਾ ਜੀ ਨੂੰ ਪੁੱਛ ਲਈਏ, ਜਿੱਥੇ ਉਸ ਵੇਲੇ ਦਾ ਸਾਧੂ ਇਸਤਰੀ ਨੂੰ ਨਰਕ ਦੁਆਰੀ ਕਹਿ ਕੇ ਭੱਜ ਜਾਂਦਾ ਹੈ। ਇਸਤਰੀ ਨਾਲ ਗੱਲ ਕਰਨਾ ਵੀ ਪਾਪ ਸਮਝਦਾ ਹੈ, ਇਸਤਰੀ ਦੇ ਮੱਥੇ ਲੱਗਣਾ ਵੀ ਪਾਪ ਸਮਝਦਾ ਹੈ। ਪਰ ਭਗਤ ਧੰਨਾ ਜੀ ਕਹਿੰਦੇ ਨੇ, ਪਰਮਾਤਮਾ ਮੈਨੂੰ ਚੰਗੀ ਘਰ ਵਾਲੀ ਦੇਈ, ਚੰਗੀ ਇਸਤਰੀ ਦੇਈ ਮੈਨੂੰ।
ਇਸਤਰੀ ਤੋਂ ਬਿਨਾ ਕੋਈ ਘਰ ਨਹੀਂ ਹੈ, ਭਗਤ ਧੰਨਾ ਜੀ ਦਾ ਕਹਿਣਾ ਹੈ। ਇਸ ਦਾ ਨਾਂ ਜੇ ਵੇਖਿਆ ਜਾਵੇ ਕਿ ਘਰ ਵਾਲੀ ਕਿਉਂ ਪਿਆ, ਮੈਂ ਕਹਿੰਦਾ ਹਾਂ ਕਿ ਇਹਦਾ ਘਰ ਵਾਲੀ ਨਾਮ ਬਿਲਕੁਲ ਠੀਕ ਪਿਆ ਹੈ। ਇਸਤਰੀ ਦਾ ਨਾਮ ਅਸੀਂ ਕਹਿੰਦੇ ਹਾਂ ਨਾ ਕਿ ਫਲਾਣੇ ਦੀ ਘਰ ਵਾਲੀ, ਭਾਵ ਇਸਤਰੀ ਦਾ ਨਾਮ ਅਸੀਂ ਘਰ ਵਾਲੀ ਪਾ ਦਿੱਤਾ ਕਿ ਇਹਦਾ ਇਸਤਰੀ ਦਾ ਨਾਮ ਜੇਕਰ ਘਰ ਵਾਲੀ ਹੈ ਤਾਂ ਬਿਲਕੁਲ ਇਸਤਰੀ ਤੋਂ ਬਗੈਰ ਕੋਈ ਘਰ ਨਹੀਂ ਹੈ। ਇਕੱਲੇ ਪੁਰਸ਼ ਦਾ ਕੋਈ ਘਰ ਨਹੀਂ ਹੈ। ਇਸਤਰੀ ਹੋਵੇ ਤਾਂ ਘਰ ਹੈ, ਤਾਂ ਇਸਤਰੀ ਹੈ ਤਾਂ ਪੁਰਖ ਹੈ, ਤੇ ਪੁਰਖ ਹੈ ਤਾਂ ਇਸਤਰੀ ਹੈ। ਭਗਤ ਧੰਨਾ ਜੀ ਦਾ ਸ਼ਬਦ ਹੈ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾ ਸਵਾਰਤਾ। ਇਹਦੇ ਅਖੀਰਲੀ ਪੰਕਤੀ ਹੈ, ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ। ਇਹ ਪਾਵਨ ਸ਼ਬਦ ਦੇ ਅੰਦਰ ਭਗਤ ਧੰਨਾ ਜੀ ਸਾਨੂੰ ਸਮਝਾਉਂਦੇ ਨੇ। ਭਗਤ ਧੰਨਾ ਜੀ ਸਾਨੂੰ ਫਰਮਾ ਰਹੇ ਨੇ ਕਿ ਇਸਤਰੀ ਜਿਹੜੀ ਹੈ, ਇਸਤਰੀ ਤੋਂ ਬਗੈਰ ਘਰ ਨਹੀਂ ਹੈ, ਇਸਤਰੀ ਤੋਂ ਬਗੈਰ ਪੁਰਸ਼ ਨਹੀਂ ਹੈ, ਤੇ ਪੁਰਸ਼ ਤੋਂ ਬਗੈਰ ਇਸਤਰੀ ਨਹੀਂ ਹੈ। ਵੈਦਿਕ ਧਰਮ ਵਿੱਚ ਪਹਿਲਾਂ ਇਸਤਰੀ ਦਾ ਸਨਮਾਨ ਰਿਹਾ ਹੈ। ਇਸਤਰੀ ਨੂੰ ਦੇਵੀ ਕਹਿ ਕੇ ਸਨਮਾਨਿਆ ਗਿਆ। ਦੇਵੀ ਦੇ ਜ਼ਿਆਦਾ ਹੱਥ ਮਾਂ ਦੇ ਜ਼ਿਆਦਾ ਹੱਥਾਂ ਦੀ ਪ੍ਰਤੀਤ ਹੈ। ਜਿਵੇਂ ਮਾਂ ਜਿੰਨੇ ਕੰਮ ਕਰਦੀ ਹੈ, ਪਤੀ ਦੀ ਸੇਵਾ, ਬੱਚਿਆਂ ਦੀ ਸਾਂਭ ਸੰਭਾਲ, ਘਰ ਦਾ ਕੰਮ, ਬੱਚੇ ਰਾਤ ਨੂੰ ਜਗਾਈ ਰੱਖਦੇ ਨੇ ਤਾਂ ਫਿਰ ਮਾਂ ਕੀ ਕਰਦੀ ਹੈ, ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰਦੀ ਹੈ। ਮਰਦ ਇੰਨੀ ਖੇਚਲ ਨਹੀਂ ਕਰ ਸਕਦਾ। ਇਹ ਕੁਰਬਾਨੀ ਇਸਤਰੀ ਦੇ ਹਿੱਸੇ ਵਿੱਚ ਆਈ ਹੈ। ਪਰ ਕੁਝ ਚਿਰ ਬਾਅਦ ਉਹੀ ਵੈਦ ਪਾਠੀ ਇਸਤਰੀ ਨੂੰ ਸ਼ੂਦਰ ਨੂੰ ਬਰਾਬਰਤਾ ਕਹਿਣ ਲੱਗ ਪਏ। ਇਸਤਰੀ ਨੂੰ ਪੈਰ ਦੀ ਜੁੱਤੀ ਸਮਝਣ ਲੱਗ ਪਏ। ਜਿਹੜੀ ਇਸਤਰੀ ਸਿਰ ਦਾ ਤਾਜ ਬੰਨ੍ਹਦੀ ਸੀ, ਘਰ ਦਾ ਕੰਮ ਕਰਦੀ ਸੀ, ਅੱਜ ਉਹੀ ਇਸਤਰੀ ਨੂੰ ਪੈਰ ਦੀ ਜੁੱਤੀ ਸਮਝ ਲਿਆ। ਮਹਾਤਮਾ ਲੋਕਾਂ ਨੇ ਇਸਤਰੀ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਨੀਆਂ ਅਨੁਸਾਰ ਇਸਤਰੀ ਨੂੰ ਮੁਕਤ ਹੋ ਹੀ ਨਹੀਂ ਸਕਦੀ। ਇਸ ਜੀਵਨ ਦੇ ਵਿੱਚ ਤਪ ਕਰਕੇ ਮਨੁੱਖ ਬਣੇਗੀ, ਫਿਰ ਤਪ ਕਰੇਗੀ, ਫਿਰ ਜਾ ਕੇ ਮੁਕਤ ਹੋਏਗੀ। ਮਹਾਤਮਾ ਬੁੱਧ ਨੇ ਕਿਹਾ ਹੈ ਕਿ ਮੇਰਾ ਧਰਮ 5000 ਸਾਲ ਚੱਲੇਗਾ। ਪਰ ਕੀ ਹੋਇਆ? ਇਸਤਰੀ ਧਰਮ ਵਿੱਚ ਆ ਗਈਆਂ। ਹੁਣ ਇਹ 5 ਸਾਲ ਚੱਲੇਗਾ, ਉਸ ਤੋਂ ਬਾਅਦ ਇਹ ਧਰਮ ਖਤਮ ਹੋ ਜਾਏਗਾ। ਇਸ ਦੇਸ਼ ਵਿੱਚ ਇਸਤਰੀਆਂ ਨੂੰ ਵੇਚਿਆ ਗਿਆ, ਖਰੀਦੀਆਂ ਗਈਆਂ। ਇਸ ਨੂੰ ਔਲਾਦ ਲਈ ਸਿਰਫ ਇੱਕ ਸਾਧਨ ਹੀ ਸਮਝਿਆ ਗਿਆ। ਇਸ ਨੂੰ ਜੂਏ ਵਿੱਚ ਜਿੱਤਿਆ ਜਾਂਦਾ ਸੀ, ਜੂਏ ਵਿੱਚ ਹਾਰਿਆ ਜਾਂਦਾ ਸੀ। ਪਾਂਡਵਾਂ ਦਾ ਜੂਆ ਸਾਡੇ ਸਾਹਮਣੇ ਇੱਕ ਮਿਸਾਲ ਹੈ। ਤੁਲਸੀਦਾਸ ਵਰਗੇ ਵਿਦਵਾਨ ਇਸਤਰੀ ਨੂੰ ਅੱਧਾ ਅੰਮ੍ਰਿਤ ਵਰਗਾ ਦੱਸਦੇ ਨੇ, ਅੱਧਾ ਜ਼ਹਿਰ ਵਰਗਾ ਦੱਸਦੇ ਨੇ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਸਾਰੇ ਧਰਮਾਂ ਦੇ ਵਿੱਚ ਇਸਤਰੀ ਨੂੰ ਭੰਡਿਆ ਗਿਆ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਨੂੰ ਸਤਿਕਾਰ ਦਿੱਤਾ। ਇਸਤਰੀ ਨੂੰ ਸਤਿਕਾਰ ਦਿੱਤਾ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਹ ਜਾਨ, ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਉਹਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਹੋ ਜਿਹੜੀ ਇਸਤਰੀ ਤੋਂ ਪੁਰਸ਼ ਪੈਦਾ ਹੋਇਆ, ਰਾਜੇ ਮਹਾਰਾਜੇ ਪੈਦਾ ਹੋਏ। ਉਸੇ ਇਸਤਰੀ ਨੂੰ ਤੁਸੀਂ ਭੰਡ ਰਹੇ ਹੋ, ਉਸੇ ਇਸਤਰੀ ਨੂੰ ਤੁਸੀਂ ਫਟਕਾਰ ਰਹੇ ਹੋ। ਪਰ ਸਤਿਗੁਰੂ ਕਿਰਪਾ ਕਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਇਸਤਰੀ ਨੂੰ ਖਾਲਸੇ ਦਾ ਰੂਪ ਦਿੱਤਾ।